ਜਿਹੜਾ ਯਿਸੂ ਮਸੀਹ ਤੋਂ ਮਿਲਦਾ ਹੈ। ਕਦੋਂ ਰਾਜ ਸ਼ੁਰੂ ਹੋਇਆ? ਸਵਰਗੀ ਰਾਜ, ਪਰਮੇਸ਼ਵਰ ਦਾ ਰਾਜ। ਔਰ ਇਹਨਾਂ ਦੋ ਬਾਰੇ ਮੈਂ ਤੁਹਾਡੇ ਨਾਲ ਥੋੜੀ ਵਚਨ ਦੇ ਵਿੱਚੋਂ ਗੱਲਬਾਤ ਕਰਾਂਗਾ। ਸਵਰਗੀ ਰਾਜ। ਜਦੋਂ ਅਸੀਂ ਮੱਤੀ 4:17 ਨੂੰ ਪੜ੍ਹਦੇ ਹਾਂ ਤੇ ਉੱਥੇ ਉਹ ਲੋਕ ਜਿਹੜੇ ਮੌਤ ਦੇ ਦੇਸ਼ ਅਤੇ ਛਾਇਆ ਵਿੱਚ ਬੈਠੇ ਹੋਏ ਸਨ, 16ਵੀਂ ਆਇਤ, ਉਹਨਾਂ ਨੇ ਇੱਕ ਵੱਡਾ ਚਾਨਣ ਵੇਖਿਆ। ਵੱਡਾ ਚਾਨਣ ਕੌਣ ਹੈ? ਵੱਡਾ ਚਾਨਣ ਸਾਡਾ ਖੁਦਾਵੰਦ ਯਿਸੂ ਮਸੀਹ ਹੈ। ਇਹ ਮੌਤ ਦੇ ਛਾਇਆ ਦੇ ਦੇਸ਼ ਵਿੱਚ ਬੈਠੇ ਹੋਏ ਲੋਕ, ਉਹ ਜਿਹੜੇ ਮਤਲਬ ਗਲੀਲ ਦੇ ਅੰਦਰ, ਉਹ ਜਿਹੜੇ ਜੁਬਲਨ ਦੀ ਧਰਤੀ ਦੇ ਉੱਤੇ ਬੈਠੇ ਹੋਏ ਸਨ, ਲਿਖਤ ਕਹਿੰਦੀ ਹੈ ਕਿ ਉਹਨਾਂ ਨੇ ਵੱਡਾ ਚਾਨਣ ਵੇਖਿਆ। ਵੱਡਾ ਚਾਨਣ ਸਾਡਾ ਖੁਦਾਵੰਦ ਯਿਸੂ ਮਸੀਹ ਹੈ। ਇਹ ਕਿਹੜਾ ਚਾਨਣ? ਇਹ ਦਿਲ ਦਾ ਚਾਨਣ ਹੈ। ਜਦੋਂ ਦਿਲਾਂ ਦੇ ਅੰਦਰ ਚਾਨਣ ਚਲਾ ਜਾਂਦਾ ਹੈ, ਹਨੇਰੇ ਵਾਲੇ ਪਾਪ ਦਿਲਾਂ ਦੇ ਅੰਦਰੋਂ ਬਾਹਰ ਆ ਜਾਂਦੇ ਨੇ। ਦਿਲ ਦੇ ਉੱਤੇ ਦਿਲ ਤੋਂ ਨਿਕਲ ਕੇ ਮੂੰਹ ਦੇ ਉੱਤੇ ਆ ਜਾਂਦੇ ਨੇ ਔਰ ਲੋਕ ਯਿਸੂ ਮਸੀਹ ਦਾ ਵਚਨ ਸੁਣਦੇ ਨੇ। ਔਰ ਵਚਨ ਕਿਹੜਾ ਲਿਖਿਆ ਹੈ? ਮੱਤੀ 4:17। ਉਸੇ ਵੇਲੇ ਯਿਸੂ ਪ੍ਰਚਾਰ ਕਰਨ ਅਤੇ ਕਹਿਣ ਲੱਗਾ, ਭਾਈ ਤੌਬਾ ਕਰੋ, ਕਿਉਂ ਜੋ ਸਵਰਗ ਦਾ ਰਾਜ ਨੇੜੇ ਆਇਆ ਹੈ। ਕਿ ਅੱਜ ਕੋਈ ਤੌਬਾ ਕਰ ਚੁੱਕਿਆ ਹੋਇਆ ਹੈ? ਕਰਨਾ। ਭਾਵੇਂ ਅਸੀਂ ਧਰਤੀ ਤੇ ਰਹਿ ਰਹੇ ਹਾਂ, ਭਾਵੇਂ ਅਸੀਂ ਧਰਤੀ ਦੇ ਉੱਤੇ ਸਾਡੇ ਕਾਰੋਬਾਰ ਨੇ, ਧਰਤੀ ਦੇ ਉੱਤੇ ਸਾਡਾ ਚੱਲਣਾ ਫਿਰਨਾ ਹੈ, ਧਰਤੀ ਦੇ ਉੱਤੇ ਸਾਡਾ ਰੋਟੀ ਪਾਣੀ ਹੈ, ਚਿੰਤਾ ਨਹੀਂ, ਪਰ ਦਿਲਾਂ ਦੇ ਅੰਦਰ ਯਿਸੂ ਦਾ ਰਾਜ ਚੱਲ ਰਿਹਾ ਹੈ। ਜਿਹੜੇ ਦਿਲਾਂ ਦੇ ਅੰਦਰ ਯਿਸੂ ਮਸੀਹ ਨੂੰ ਆਉਣ ਦਿੰਦੇ ਨੇ, ਉਹਨਾਂ ਦੇ ਦਿਲ ਯਿਸੂ ਮਸੀਹ ਦੀਆਂ ਗੱਲਾਂ ਨਾਲ ਭਰ ਜਾਂਦੇ ਹਨ। ਪ੍ਰਭੂ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ। ਇਸ ਕਰਕੇ ਮੇਰੇ ਅਜੀਜ਼ੋ, ਇੱਕ ਦੀ ਅਨਾਗਿਆਕਾਰੀ ਦੇ ਕਾਰਨ ਪਾਪ ਸਾਰੇ ਜਗਤ ਵਿੱਚ ਆ ਗਿਆ, ਮੌਤ ਸਾਰੇ ਜਗਤ ਵਿੱਚ ਆ ਗਈ। ਪਰ ਲਿਖਤ ਕਹਿੰਦੀ ਹੈ ਇੱਕ ਦੀ ਅਨਾਗਿਆਕਾਰੀ ਦੇ ਕਾਰਨ ਇਸ ਤਰ੍ਹਾਂ ਹੋਇਆ ਹੈ। ਔਰ ਲਿਖਤ ਕਹਿੰਦੀ ਹੈ, ਮੈਂ ਪੜ੍ਹਨਾ ਚਾਹੁੰਦਾ ਹਾਂ, ਬਹੁਤ ਲੋਕ ਇੱਕ ਦੀ ਅਨਾਗਿਆਕਾਰੀ ਕਰਕੇ ਪਾਪੀ ਠਹਿਰ ਗਏ, ਇੱਕ ਦੀ ਆਗਿਆਕਾਰੀ ਦੇ ਕਾਰਨ ਬਹੁਤ ਸਾਰੇ ਧਰਮੀ ਠਹਿਰਾਏ ਜਾਣਗੇ। ਔਰ ਇਸ ਕਰਕੇ ਅਸੀਂ ਧਰਮੀ ਕਿਵੇਂ ਠਹਿਰਾਏ ਗਏ? ਅਸੀਂ ਧਰਮੀ ਕਿਵੇਂ ਠਹਿਰਾਏ ਗਏ? ਲੋਕ ਆਪਣੇ ਆਪ ਨੂੰ ਧਰਮੀ ਆਪ ਬਣਾਉਣ ਦੀ ਕੋਸ਼ਿਸ਼ ਕਰਦੇ ਨੇ, ਪਰ ਯਾਦ ਰੱਖੋ ਉਹ ਆਪਣੇ ਕਰਮਾਂ ਕਰਕੇ, ਆਪਣੇ ਕੰਮਾਂ ਕਰਕੇ ਧਰਮੀ ਬਣਦੇ ਨੇ। ਪਰ ਮੈਂ ਅਸੀਂ ਯਿਸੂ ਮਸੀਹ ਦੇ ਲਹੂ ਦੇ ਦੁਆਰਾ ਧਰਮੀ ਠਹਿਰਾਏ ਜਾਂਦੇ, ਕਿਉਂਕਿ ਯਿਸੂ ਮਸੀਹ ਦਾ ਲਹੂ ਸਾਡੇ ਸਾਰਿਆਂ ਦੇ ਪਾਪਾਂ ਨੂੰ ਮਾਫ ਕਰ ਦਿੰਦਾ ਹੈ। ਉਹ ਲਹੂ ਜੋ ਪਾਕ ਲਹੂ ਹੈ, ਉਹ ਲਹੂ ਜਿਹੜਾ ਮਨੁੱਖ ਦਾ ਲਹੂ ਨਹੀਂ। ਹੱਥ ਉਠਾ ਕੇ ਕਹਿੰਦਾ ਕਿ ਇਹ ਲਹੂ ਯਹੋਵਾ ਦਾ ਲਹੂ ਹੈ, ਇਹ ਯਿਸੂ ਦਾ, ਜਿਹੜਾ ਸਾਨੂੰ ਮਾਫ ਕਰ ਦਿੰਦਾ, ਸਾਨੂੰ ਧੋ ਦਿੰਦਾ ਔਰ ਸਾਨੂੰ ਧਰਮੀ ਠਹਿਰਾ ਦਿੰਦਾ ਹੈ। ਪ੍ਰਭੂ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ। ਤੋ ਅਸੀਂ
ਵੇਖਦੇ ਹਾਂ ਕਿ ਕਿਸ ਤਰ੍ਹਾਂ ਪਾਪ ਵੱਲੋਂ ਜਿਹੜੇ ਲੋਕ ਤੌਬਾ ਕਰ ਜਾਂਦੇ ਨੇ ਉਹ ਮਰ ਜਾਂਦੇ ਨੇ ਤੇ ਮਸੀਹ ਯਿਸੂ ਵਿੱਚ ਜਿੰਦਾ ਹੋ ਜਾਂਦੇ ਨੇ। ਇਹਦੇ ਲਈ ਮੈਂ ਰੋਮੀਆਂ 6 ਪਹਿਲੀ ਜ਼ਰੂਰ ਪੜਾਂਗਾ ਔਰ ਤੁਹਾਡੇ ਸਾਹਮਣੇ ਇਸ ਨੂੰ ਲੈ ਕੇ ਆਵਾਂਗਾ। ਹੁਣ ਅਸੀਂ ਵੀ ਕਿ ਪਾਪ ਕਰਨ ਵਿੱਚ ਲੱਗੇ ਰਹੀਏ, ਭਾਈ ਕਿਰਪਾ ਬਹੁਤੀ ਹੋਵੇ, ਕਦੇ ਨਹੀਂ। ਅਸੀਂ ਜਿਹੜੇ ਪਾਪ ਦੀ ਵੱਲੋਂ ਮੋਏ ਹੋਏ ਹੁਣ ਅਗਾਂਹ ਨੂੰ ਉਸ ਵਿੱਚ ਕੀਕਰ ਜੀਵਨ ਕੱਟੀਏ, ਅਥਵਾ ਤੁਸੀਂ ਇਸ ਗੱਲ ਤੋਂ ਅਣਜਾਣ ਹੋ ਭਾਈ ਸਾਡੇ ਵਿੱਚੋਂ ਜਿਨ੍ਹਾਂ ਨੇ ਮਸੀਹ ਯਿਸੂ ਦਾ ਬਪਤਿਸਮਾ ਲਿਆ ਉਹਦੀ ਮੌਤ ਦਾ, ਸੋ ਅਸੀਂ ਮੌਤ ਦਾ ਬਪਤਿਸਮਾ ਲੈਣ ਕਰਕੇ ਉਹਦੇ ਨਾਲ ਦੱਬੇ ਗਏ, ਤਾਂ ਜੋ ਜਿਵੇਂ ਪਿਤਾ ਦੀ ਵਡਿਆਈ ਦੇ ਵਸੀਲੇ ਨਾਲ ਮਸੀਹ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ, ਤਿਵੇਂ ਅਸੀਂ ਵੀ ਨਵੇਂ ਜੀਵਨ ਦੇ ਰਾਹ ਚੱਲੀਏ। ਇੱਕ ਨਵਾਂ ਜੀਵਨ ਹੈ, ਇੱਕ ਰਾਹ ਹੈ। ਰਾਹ ਕਿਹੜਾ ਹੈ? ਦੁਨੀਆ ਇਹ ਯਿਸੂ ਦੇ ਨਾਲ ਰਸਤਾ, ਸਚਾਈ ਅਤੇ ਜੀਵਨ ਮੈਂ ਹਾਂ, ਉਸ ਰਾਹ ਦੇ ਉੱਤੇ ਸਾਡੇ ਕਦਮ ਚੱਲ ਰਹੇ ਨੇ। ਦੁਨੀਆ ਦੇ ਵਿੱਚ ਸਾਡਾ ਦੁਨੀਆ ਵਿੱਚ ਆਇਆ, ਪਰ ਉਸਨੇ ਉਹਨਾਂ ਯਹੂਦੀਆਂ ਨੂੰ ਜਿਹੜੇ ਬਾਰ-ਬਾਰ ਉਹਦੇ ਉੱਤੇ ਕ੍ਰੋਧ ਕਰਦੇ ਸਨ, ਕਦੇ ਉਹਨੂੰ ਬਾਲ-ਜ਼ਬੂਲ ਕਹਿੰਦੇ ਸਨ, ਕਦੇ ਉਹਨੂੰ ਭੂਤਾਂ ਦਾ ਸਰਦਾਰ ਕਹਿੰਦੇ ਸਨ, ਪਰ ਇੱਕ ਦਿਨ ਉਸਨੇ ਯਹੂਦੀਆਂ ਨੂੰ ਕਿਹਾ, ਕੌਣ ਤੁਹਾਡੇ ਵਿੱਚੋਂ ਮੇਰੇ ਚ ਗੁਨਾਹ ਸਾਬਤ ਕਰ ਸਕਦਾ ਹੈ? ਕੋਈ ਹੈ? ਤਾਂ ਸਾਰਿਆਂ ਦੇ ਮੂੰਹ ਬੰਦ ਸਨ, ਕਿਉਂਕਿ ਯਿਸੂ ਮਸੀਹ ਦੇ ਅੰਦਰ ਕੋਈ ਪਾਪ ਨਹੀਂ ਹੈ। ਉਹਦੇ ਆਪਣੇ ਅੰਦਰ ਕੋਈ ਪਾਪ ਨਹੀਂ, ਪਰ ਉਹ ਮੇਰੇ ਅਤੇ ਤੁਹਾਡੇ ਪਾਪ ਚੁੱਕਣ ਦੇ ਲਈ ਇਸ ਜਗਤ ਵਿੱਚ ਆਇਆ ਹੋਇਆ ਸੀ। ਹਾਲੇਲੂਇਆ। ਅੱਜ ਵੀ ਹੈ। ਯਸ਼ਾਇਆ 53:4 ਇੱਥੇ ਲਿਖਤ ਸਾਨੂੰ ਕਹਿੰਦੀ ਆ, ਯਸ਼ਾਇਆ 53:4, ਸਾਡੇ ਕੋਈ ਗਮ ਨਹੀਂ ਚੁੱਕ ਸਕਦਾ, ਸਾਡੇ ਕੋਈ ਫਿਕਰ ਨਹੀਂ ਚੁੱਕ ਸਕਦਾ, ਪਰ ਸਾਡੇ ਲਈ ਤੇ ਇੱਕ ਬੜਾ ਤਗੜਾ ਸੁਨੇਹਾ ਹੈ ਔਰ ਸਾਡੇ ਲਈ ਇੱਕ ਬਹੁਤ ਵੱਡੀ ਤਸੱਲੀ ਹੈ। ਔਰ ਲਿਖਤ ਕਹਿੰਦੀ ਹੈ, ਸੱਚਮੁੱਚ ਉਸਨੇ ਸਾਡੇ ਗਮ ਚੁੱਕ ਲਏ ਅਤੇ ਸਾਡੇ ਦੁੱਖ ਉਠਾਏ, ਮਾਰਿਆ ਹੋਇਆ ਅਤੇ ਪਰਮੇਸ਼ਰ ਦਾ ਕੁੱਟਿਆ ਹੋਇਆ ਅਤੇ ਭੰਨਿਆ ਹੋਇਆ ਸਮਝਿਆ, ਪਰ ਉਹ ਸਾਡੇ ਅਪਰਾਧਾਂ ਲਈ ਘਾਇਲ ਕੀਤਾ ਗਿਆ ਅਤੇ ਸਾਡੀਆਂ ਬਦੀਆਂ ਦੇ ਕਾਰਨ ਘਾਇਲ ਕੀਤਾ ਗਿਆ ਅਤੇ ਸਾਡੀਆਂ ਬਦੀਆਂ ਦੇ ਕਾਰਨ ਕੁਚਲਿਆ ਗਿਆ ਅਤੇ ਸਾਡੀ ਸ਼ਾਂਤੀ ਲਈ ਉਸ ਦੇ ਉੱਤੇ ਤਾੜਨਾ ਹੋਈ ਅਤੇ ਉਹਦੇ ਮਾਰ ਖਾਣ ਤੋਂ ਅਸੀਂ ਨਰੋਏ ਕੀਤੇ ਗਏ। ਕੌਣ ਹੈ ਜਿਹੜਾ ਦੁਨੀਆ ਦੇ ਵਿੱਚ ਦੁਨੀਆ ਦੇ ਗਮ ਚੁੱਕੇ? ਕੋਈ ਨਹੀਂ ਹੈ। ਇੱਕ ਜਾਣਾ ਹੈ, ਇੱਕ ਜਾਣਾ ਇਸ ਦੁਨੀਆ ਸਵਰਗ ਤੋਂ ਆਇਆ ਹੈ, ਕਿਉਂਕਿ ਲਿਖਤ ਕਹਿੰਦੀ ਆ ਯਹੋਨਾ 3:13, ਸਵਰਗ ਨੂੰ ਕੋਈ ਨਹੀਂ ਚੜਿਆ ਬਲਕਿ ਉਹ ਜਿਹੜਾ ਸਵਰਗ ਤੋਂ ਉਤਰਿਆ ਅਰਥਾਤ ਮਨੁੱਖ ਦਾ ਪੁੱਤਰ, ਉਹ ਸਵਰਗ ਤੋਂ ਆ ਕੇ ਮਨੁੱਖ ਬਣਿਆ, ਉਹ ਸਾਡਾ ਖੁਦਾਬੰਦ ਯਿਸੂ ਮਸੀਹ ਹੈ, ਜਿਹਦੇ ਵਿਖੇ ਲਿਖਿਆ ਹੋਇਆ ਹੈ, ਸੱਚਮੁੱਚ ਉਸਨੇ ਸਾਡੇ ਗਮ ਚੁੱਕ ਲਏ। ਲਿਖਿਆ, ਸੱਚਮੁੱਚ ਉਸਨੇ ਸਾਡੇ ਗਮ ਚੁੱਕ ਲਏ ਅਤੇ ਸਾਡੇ ਦੁੱਖ ਉਠਾਏ, ਪਰ ਅਸਾਂ ਨੂੰ ਮਾਰਿਆ ਹੋਇਆ ਅਤੇ
ਕੁੱਟਿਆ ਹੋਇਆ, ਭੰਨਿਆ ਹੋਇਆ ਸਮਝਿਆ, ਪਰ ਉਹ ਸਾਡੇ ਅਪਰਾਧਾਂ ਲਈ ਕਾਇਲ ਕੀਤਾ ਗਿਆ, ਸਾਡੀਆਂ ਬਦੀਆਂ ਦੇ ਕਾਰਨ ਕੁਚਲਿਆ ਗਿਆ, ਸਾਡੀ ਸ਼ਾਂਤੀ ਲਈ ਉਸ ਉੱਤੇ ਤਾੜਨਾ ਹੋਈ ਅਤੇ ਉਸ ਦੇ ਮਾਰ ਖਾਣ ਤੋਂ ਅਸੀਂ ਨਰੋਏ ਕੀਤੇ ਗਏ। ਮੇਰੇ ਅਜੀਜ਼ੋ, ਪ੍ਰਭੂ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ। ਦੁਨੀਆ ਦੇ ਉੱਤੇ ਜੇ ਕੋਈ ਗਮ ਚੁੱਕ ਸਕਦਾ ਹੈ ਤੇ ਉਹ ਯਿਸੂ ਮਸੀਹ ਹੈ। ਜੇ ਗਮ ਚੁੱਕ ਸਕਦਾ ਹੈ ਤੇ ਉਹ ਯਿਸੂ ਮਸੀਹ ਹੈ। ਜੇ ਕੋਈ ਜਿਉਂਦਾ ਕਰ ਸਕਦਾ ਹੈ ਤੇ ਮੈਂ ਉੱਚਾ ਹੱਥ ਉਠਾ ਕੇ ਕਹਿਣਾ ਉਹ ਯਿਸੂ ਮਸੀਹ ਹੈ, ਜਿਹੜਾ ਸਾਡੇ ਗਮ ਚੁੱਕ ਲੈਂਦਾ ਹੈ। ਇਸ ਕਰਕੇ ਕਹਿੰਦੀ ਆ ਦੇ ਇੱਕ ਦੀ ਆਣਾ ਪਾਪ ਦੁਨੀਆ ਵਿੱਚ ਆ ਗਿਆ ਤੇ ਇੱਕ ਦੀ ਆਗਿਆਕਾਰੀ ਅਸੀਂ ਪਾਪ ਤੋਂ ਬਚੇ ਔਰ ਜਗਤ ਵਿੱਚ ਧਰਮੀ ਠਹਿਰਾਏ ਗਏ। ਮੈਂ ਕਿਵੇਂ ਦੱਸਾਂ ਤੁਹਾਨੂੰ ਭਈ ਤੁਸੀਂ ਧਰਮੀ ਠਹਿਰਾਏ ਗਏ ਜੇ? ਮੈਂ ਜ਼ਰੂਰ ਲਿਖਤਾਂ ਵੱਲ ਜਾਵਾਂਗਾ ਔਰ ਤੁਹਾਨੂੰ ਲਿਖਤਾਂ ਦੇ ਨਾਲ ਸਬੂਤ ਦਿਆਂਗਾ ਕਿਸ ਤਰ੍ਹਾਂ ਤੁਸੀਂ ਅੱਜ ਧਰਮੀ ਹੋ, ਕਿਸ ਤਰ੍ਹਾਂ ਤੁਹਾਨੂੰ ਧਰਮੀ ਠਹਿਰਾ ਦਿੱਤਾ ਹੈ। ਆਓ ਅਸੀਂ ਦੂਸਰਾ ਕਰੰਥੀਆਂ 5 ਔਰ ਉਸ ਦੀ ਮੈਂ ਤੁਹਾਡੇ ਸਾਹਮਣੇ 19 ਆਇਤ ਨੂੰ ਛੇਤੀ ਛੇਤੀ ਪੜ੍ਹਨਾ ਚਾਹੁੰਦਾ। ਦੂਸਰਾ ਕਰੰਥੀਆਂ 5:19 ਲਿਖਤ ਕਹਿੰਦੀ ਹੈ, ਅਰਥਾਤ ਪਰਮੇਸ਼ਵਰ ਮਸੀਹ ਵਿੱਚ ਹੋ ਕੇ ਜਗਤ ਨੂੰ ਆਪਣੇ ਨਾਲ ਮਿਲਾ ਰਿਹਾ ਸੀ ਅਤੇ ਉਹਨਾਂ ਦੇ ਅਪਰਾਧਾਂ ਦਾ ਲੇਖਾ ਨਹੀਂ ਸੀ ਕਰਦਾ। ਉਸ ਨੇ ਮੇਲ ਮਿਲਾਪ ਦਾ ਵਚਨ, ਅਸੀਂ ਮਸੀਹ ਦੇ ਏਲਚੀ ਹਾਂ, ਭਾਈ ਜਾਣੋ ਸੋ ਅਸੀਂ ਮਸੀਹ ਵੱਲੋਂ ਬੇਨਤੀ ਕਰਦੇ ਹਾਂ ਜੋ ਤੁਸੀਂ ਪਰਮੇਸ਼ਰ ਨਾਲ ਮੇਲ ਮਿਲਾਪ ਕਰ ਲੋ। ਨੂੰ ਜਿਹੜਾ ਪਾਪ ਦਾ ਜਾਣੂ ਨਹੀਂ ਸੀ, ਸਾਡੀ ਖਾਤਰ ਪਾਪ ਠਹਿਰਾਇਆ ਤਾਂ ਜੋ ਅਸੀਂ ਉਸ ਵਿੱਚ ਹੋ ਕੇ ਪਰਮੇਸ਼ਵਰ ਦਾ ਧਰਮ, ਲੋਕ ਆਪਣਾ ਧਰਮ ਬਣਾਉਣਾ ਚਾਹੁੰਦੇ ਆ, ਪਰ ਇੱਕ ਧਰਮ ਹੈ ਔਰ ਉਹ ਪਰਮੇਸ਼ਵਰ ਦਾ ਧਰਮ ਜਿਹੜਾ ਹੈ ਉਹ ਸਦਾ ਤੱਕ ਕਾਇਮ ਹੈ, ਕਿਉਂਕਿ ਲਿਖਿਆ ਉਸਨੇ ਜਗਤ ਨੂੰ ਪਿਆਰ ਕੀਤਾ। ਉਸਨੇ ਜਗਤ ਨੂੰ ਪਿਆਰ ਕੀਤਾ। ਉਸਨੇ ਜਗਤ ਨੂੰ ਉਸਨੇ ਜਗਤ ਨੂੰ ਪਿਆਰ ਕੀਤਾ। ਯਹੋਨਾ 3:16 ਉਸਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਸਨੇ ਆਪਣਾ ਇਕਲੌਤਾ ਪੁੱਤਰ ਜਗਤ ਲਈ ਦੇ ਦਿੱਤਾ, ਤਾਂ ਜੋ ਜਿਹੜਾ ਉਹਦੇ ਉੱਤੇ ਨਿਸ਼ਚਾ ਕਰੇ ਨਾਸ਼ ਨਾ ਹੋਵੇ ਸਗੋਂ ਸਦੀਪਕ ਜੀਵਨ ਪਾ ਜਾਵੇ। ਤੋ ਸਦੀਪਕ ਜੀਵਨ ਸਾਡੇ ਤੋਂ ਮਿਲ ਔਰ ਪਾਪ ਵਿੱਚ ਨਾਸ਼ ਹੋਣ ਵਾਲੇ ਅਗਰ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਕਰਦੇ ਨੇ ਔਰ ਉਸ ਦੇ ਸਾਹਮਣੇ ਝੁਕ ਜਾਂਦੇ ਨੇ, ਉਸ ਦੇ ਸਾਹਮਣੇ ਆਪਣੇ ਪਾਪਾਂ ਨੂੰ ਲੈ ਕੇ ਡਿੱਗ ਪੈਂਦੇ ਨੇ, ਪ੍ਰਭੂ ਮੈਂ ਪਾਪੀ ਤੇ ਗੁਨਾਹਗਾਰ ਹਾਂ, ਪਾਪ ਮਾਫ, ਆਪਣੇ ਪੁੱਤਰ ਹੋਣ ਦਾ ਹੱਕ ਦੇ ਦਿੰਦਾ ਹੈ। ਅੱਜ ਵੀ ਪਰਮੇਸ਼ਵਰ ਦਾ ਰਾਜ ਇਸ ਦੁਨੀਆ ਦੇ ਉੱਤੇ ਹੈ। ਭਾਵੇਂ ਥੱਲੇ ਦੁਨੀਆ ਨੇ ਆਪਣੇ ਆਪਣੇ ਰਾਜੇ ਬਣਾਏ ਹੋਏ ਨੇ, ਪਰ ਉਹਦਾ ਰਾਜ ਅੱਜ ਵੀ ਹੈ। ਕਿਵੇਂ? ਸੂਰਜ ਕੌਣ ਚਾੜਦਾ ਹੈ? ਦੁਨੀਆ ਦਾ ਕੋਈ ਰਾਜਾ ਸੂਰਜ ਨਹੀਂ ਚਾੜ ਸਕਦਾ। ਦੁਨੀਆ ਦਾ ਰਾਜਾ ਕੋਈ ਦੁਨੀਆ ਦਾ ਰਾਜਾ ਹਵਾ ਨਹੀਂ ਚਲਾ ਸਕਦਾ। ਦੁਨੀਆ ਦਾ ਰਾਜਾ ਬੱਦਲ ਲਿਆ ਕੇ ਬਾਰਿਸ਼ ਨਹੀਂ ਕਰਵਾ ਸਕਦਾ।
दुनिया दा राजा। चंद सूरज ते सितारे नहीं बना, इस करके किसी पक्ष विच परमेश्वर दा राज चल रहा है। और थले दुनिया दे उत्ते लोग की कर रहे ने, लड़ रहे ने, कोल रहे ने, मार रहे ने, मर रहे ने। याद रखो एदे विच जीवन ने, जीवन मिलिया है और ओदे अंदर जिंदगी है, अंदर मौत नहीं है, ओदे अंदर जिंदगी है। उन्हें एक बारी क्या सी, यहूदियों ने 7 वारी क्या सी कि मैं फकीयां फरीसियां अते प्रधान जाचकां दे हाथ जावांगा, वो मैनू मार देंगे, पर विचों तीसरे दिन जी उठांगा, क्योंकि उहदे विच जीवन है, उहदे विच जिंदगी है। और जे तुसी अज भी जीवन पाना चाहते हो, जिंदगी पाना चाहते हो, तो तुहानू इस वचन के नाल आके खलो जाना चाहिए है। प्रभु यीशु मसीह ने अजी जो एक गल कही है, वो यूहन्ना दी अंजील 8 बाब की 31 ते 32 आयत में उसने एक और उसने क्या है, जिन्ना यहूदियां ने कीती सी उन्हां नूं क्या, जे मेरे वचन ते खलोते चेले हो, सच्चाई नूं तुहानू आजाद करेगी। सच्चाई कौन है? सच्चाई साडा खुदाबंद यीशु मसीह है। वो एक सच्चाई है, उसदे कोल एक सच्चा वचन है, उहदे कोल जिंदगी है, उहदे कोल जिंदगी देने वाला लहू है, क्योंकि लहू दे अंदर जिंदगी है। और यीशु मसीह दे कोल एक पाक लहू है, जेड़ा मौत तो बचाउंदा और जिंदगी देंदा है। मेरे अजीजो, तुसी आखोगे भाई तुसी ये दावा तुसी मर नहीं सकते, नहीं अजीज, मर सकते, अंत विचों जी भी सकते हैं, मर सकते हाँ, पर मुर्दियां दे विचों जी सकते हाँ। एक गल मैं तुहाडे सामने रख देनी चाहता हाँ, फिर असीं दुआ करन वाले हाँ, और वो गल छेती छेती तुहाडे सामने मैं रखनी चाहता हाँ, तां जो तुहानू पता लग जाए कि जिहड़े लोग मर सकते ने वो मुर्दियां में, जिहड़े लोग मसीह विच मर जांदे ने वो मुर्दियां विचों जी सकते ने। और इत्थे लिखत कहती है पहला थसलोनीकियां 4, क्योंकि जे सानू ये प्रतीत हुई है भाई यीशु मोया अते फिर जी उठिया, तां इसे तरह परमेश्वर भी जिहड़े यीशु विच सौ गए हन उन्हां दे नाल ही लियावेगा। प्रभु बहुत वड्डी किरपा देवे। तो असीं देखते हाँ कि वो मुर्दियां विचों जिउंदे करन दी शक्ति रखता है। और वचन कहता है प्रभु आप ललकार नाल, महादूत दी आवाज नाल, परमेश्वर दी तुरी नाल स्वर्ग तो उतरेगा कि जिहड़े मसीह विच हो के मोए हन वो पहला जी उठणगे, तद असीं जिहड़े जिउंदे अते बाकी रहिंदे हां असीं प्रभु दे मिलनों अचानक बदलां उत्ते उठाए जावांगे अते असीं सदा प्रभु दे संग रहांगे। पौलुस कहंदा इन्हां गल्लां नाल एक दूए नूं तसल्ली दिया करो। मेरे अजीजो, मैं इन्हां गल्लां नाल इन्हां गल्लां नूं करके तुहानूं एक तसल्ली दित्ती है कि जे एक दे कारण मौत आई है ते एक दे कारण जीवन भी आया है। हुण तुसीं जीवन पाउणा चाहुंदे हो
ਪ੍ਰਭੂ ਦੇ ਨਾਲ ਰਹਿਣਾ ਚਾਹੁੰਦੇ ਹੋ, ਪ੍ਰਭੂ ਦੇ ਮਤਲਬ ਨਾਲ ਚੱਲਣਾ ਚਾਹੁੰਦੇ ਹੋ, ਤੇ ਆਓ ਫਿਰ ਅਸੀਂ ਅੱਖਾਂ ਨੂੰ ਬੰਦ ਕਰੀਏ ਔਰ ਪ੍ਰਾਰਥਨਾ ਕਰੀਏ, ਪ੍ਰਭੂ ਜੀ ਮੈਂ ਆਪਣਾ ਜੀਵਨ ਤੇਰੇ ਹੱਥਾਂ ਵਿੱਚ ਦਿੰਦਾ ਹਾਂ, ਕਿਉਂਕਿ ਤੂੰ ਮੇਰੀ ਜ਼ਿੰਦਗੀ ਦਾ ਮਾਲਕ ਹੈ ਔਰ ਤੂੰ ਮੇਰੇ ਜੀਵਨ ਤੇ ਦਇਆ ਕਰੇਗਾ। ਪ੍ਰਭੂ ਯਿਸੂ ਮਸੀਹ ਤੁਹਾਨੂੰ ਸਭਨਾਂ ਨੂੰ ਬਹੁਤ ਵੱਡੀ ਕਿਰਪਾ ਦੇਵੇ। ਪਿਆਰੇ ਖੁਦਾ ਮਸੀਹਾ, ਤੂੰ ਸਾਡੀ ਜ਼ਿੰਦਗੀ ਹੈ, ਜੀਵਨ ਹੈ। ਪ੍ਰਭੂ ਯਿਸੂ ਮਸੀਹਾ, ਤੇਰਾ ਧੰਨਵਾਦ, ਤੇਰਾ ਸ਼ੁਕਰ ਹੋਵੇ ਪ੍ਰਭੂ ਜੀ। ਅੱਜ ਦਾ ਲਾਈਵ ਸੁਣਨ ਵਾਲਿਆਂ ਦੇ ਜੀਵਨ ਤੇ ਤੇਰੀ ਕਿਰਪਾ ਹੋਵੇ। ਜੇ ਤੂੰ ਸਾਨੂੰ ਕੱਲ ਜਿਉਂਦੇ ਰੱਖਦਾ ਤੇ ਫਿਰ ਅਸੀਂ ਇੱਕ ਦੂਜੇ ਨੂੰ ਮਿਲ ਸਕਦੇ ਹਾਂ। ਪ੍ਰਭੂ ਤੇਰੀ ਕਿਰਪਾ ਹੋਵੇ, ਸ਼ੁਕਰ ਹੋਵੇ। ਦੁਆ ਯਿਸੂ ਮਸੀਹ ਦੇ ਨਾਮ ਵਿੱਚ